ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਮੇਰਾ ਨਾਮ ਹੈ ਰਮਨਦੀਪ ਕੌਰ। ਕਰੰਟ ਅਫੇਅਰ ਦੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ 3 ਅਗਸਤ ਦੀਆਂ ਨਿਊਜ਼ ਕਰਨੀਆਂ ਨੇ, ਠੀਕ ਹੈ ਜੀ। ਤੇ ਧਿਆਨ 'ਚ ਰੱਖਿਓ, ਦੇਖੋ ਪਹਿਲਾਂ ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਪ੍ਰੀਵੀਅਸ ਲੈਕਚਰਸ ਦੇਖ ਲਏ ਜਿਹੜੇ ਅਪਲੋਡ ਹੋਏ ਨੇ ਜਾਂ ਨਹੀਂ, ਕਿਉਂਕਿ ਮੇਰਾ ਮੈਥਡ ਹੈ ਪਿਛਲੇ ਲੈਕਚਰਸ ਨੂੰ ਰਿਵਾਈਜ਼ ਕਰਾਉਂਦੇ ਜਾਣਾ, ਠੀਕ ਹੈ ਜੀ। ਤਾਂ ਚੈੱਕਆਊਟ ਕਰ ਲਿਓ, 1 ਤੇ 2 ਅਗਸਤ ਦੀ ਵੀਡੀਓ ਆਲਰੇਡੀ ਅਪਲੋਡ ਹੋ ਚੁੱਕੀ ਹੈ, ਤੁਸੀਂ ਉਹ ਦੇਖ ਲਈ ਜਾਂ ਨਹੀਂ ਦੇਖੀ। ਪਹਿਲਾਂ ਮੇਕ ਸ਼ੋਰ ਕਰੋ ਕਿ ਉਹ ਵੀਡੀਓਜ਼ ਨੂੰ ਦੇਖੋ, ਠੀਕ ਹੈ। ਨੈਕਸਟ ਦੈਨ ਇਸ ਵੀਡੀਓ ਦੇ ਉੱਤੇ ਮੂਵ ਔਨ ਕਰੋ, ਠੀਕ ਹੈ। ਪੰਜਾਬ ਦੇ ਹਰ ਐਗਜ਼ਾਮ ਲਈ ਜਾਂ ਕੋਈ ਵੀ ਐਗਜ਼ਾਮ ਹੋਵੇ ਆਪਣਾ, ਤਾਂ ਉਹਦੇ ਕੰਪੀਟੀਸ਼ਨ ਦਾ ਕੋਈ ਵੀ ਐਗਜ਼ਾਮ ਹੋਵੇ ਉਹਦੇ ਲਈ ਜਿਹੜੇ ਕਰੰਟ ਅਫੇਅਰਸ ਨੇ ਉਹ ਇੰਪੋਰਟੈਂਟ ਰਹਿੰਦੇ ਨੇ, ਠੀਕ ਹੈ ਜੀ। ਪੰਜਾਬ ਦੇ ਵੀ ਹਰ ਐਗਜ਼ਾਮ ਦੇ ਵਿੱਚ ਆਉਂਦੇ ਨੇ ਆਲਮੋਸਟ, ਤਾਂ ਕਰੰਟ ਅਫੇਅਰਸ ਨੂੰ ਸਕਿਪ ਕਰਕੇ ਨਹੀਂ ਚੱਲਣਾ, ਇਹਨੂੰ ਕੰਟੀਨਿਊ ਰੱਖਣਾ ਹੀ ਰੱਖਣਾ। ਓਕੇ, ਤਾਂ ਹਾਂਜੀ, ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਪਹਿਲੀ ਨਿਊਜ਼ ਤੋਂ ਕਰਦੇ ਹਾਂ ਸਟਾਰਟ। ਇੰਪੋਰਟੈਂਟ ਡੇਜ਼ ਦੇ ਬਾਰੇ ਕਰਨਾ ਆਪਾਂ ਨੇ। ਦੇਖੋ ਡੇਜ਼ ਆਪਾਂ ਨੂੰ ਪਤਾ ਕਿ ਸਾਰੇ ਇੰਪੋਰਟੈਂਟ ਹੁੰਦੇ ਨੇ, ਬਟ ਇਹ ਨਹੀਂ ਹੁੰਦਾ ਕਿ ਆਪਾਂ ਮਤਲਬ ਜਿਵੇਂ ਕੋਈ ਵੀ ਸਕਿਪ ਨਹੀਂ ਕਰਨਾ, ਜਿਵੇਂ 1 ਤੋਂ ਲੈ ਕੇ ਐਂਡ ਤੱਕ ਅਗਸਤ ਦੇ ਸਾਰੇ ਹੀ ਕਰਨੇ ਨੇ, ਨਹੀਂ। ਇੰਪੋਰਟੈਂਟ ਡੇਜ਼ ਕਰਨੇ ਹੁੰਦੇ ਆ, ਠੀਕ ਹੈ। 1 ਅਗਸਤ ਨੂੰ, ਹਾਂਜੀ 1 ਅਗਸਤ ਨੂੰ ਕਿਹੜਾ ਡੇ ਮਨਾਇਆ ਗਿਆ? ਮੁਸਲਿਮ ਵਿਮਨ ਰਾਈਟਸ ਡੇ। ਮੁਸਲਿਮ ਵਿਮਨ ਦੇ ਅਧਿਕਾਰਾਂ ਦੇ ਲਈ ਜਿਹੜਾ ਡੇ ਮਨਾਇਆ ਗਿਆ ਉਹ 1 ਅਗਸਤ ਨੂੰ ਮਨਾਇਆ ਗਿਆ। ਇਹਦੇ ਨਾਲ ਰਿਲੇਟਡ ਥੋੜ੍ਹੀ ਇਨਫੋਰਮੇਸ਼ਨ ਤੁਹਾਨੂੰ ਐਕਸਟਰਾ ਵੀ ਪਤਾ ਹੋਣੀ ਚਾਹੀਦੀ ਹੈ। ਇਹ ਡੇ ਕਿਉਂ ਮਨਾਇਆ ਗਿਆ ਇਸ ਦਿਨ? ਕਿਉਂਕਿ 1 ਅਗਸਤ 2019 ਨੂੰ 3 ਤਲਾਕ ਦੀ ਜਿਹੜੀ ਪ੍ਰਥਾ ਹੈ, 3 ਤਲਾਕ ਦੀ ਜਿਹੜੀ ਪ੍ਰਥਾ ਹੈ ਉਹਨੂੰ ਐਂਡ ਕਰ ਦਿੱਤਾ ਗਿਆ ਸੀਗਾ। ਉਹਨੂੰ ਕਾਨੂੰਨੀ ਅਪਰਾਧ ਘੋਸ਼ਿਤ ਕਰ ਦਿੱਤਾ ਗਿਆ ਸੀਗਾ ਕਿ ਕਾਨੂੰਨ ਦੇ ਨਿਗਾਹ ਦੇ ਵਿੱਚ ਜਿਹੜਾ 3 ਤਲਾਕ ਹੈ ਉਹ ਕੀ ਹੈ? ਇੱਕ ਅਪਰਾਧ ਹੈ, ਠੀਕ ਹੈ। ਇਹ ਯਾਦ ਰੱਖਣਾ, ਤਾਂ ਕਰਕੇ 1 ਅਗਸਤ ਨੂੰ ਹੀ ਇਹ ਡੇ ਹੈ ਜਿਹੜਾ ਉਹ ਮਨਾਇਆ ਜਾਂਦਾ। ਹੁਣ ਦੇਖੋ ਇਸ ਮਤਲਬ ਇਸ ਡੇ ਵਾਲੇ ਦਿਨ 1 ਅਗਸਤ 2019 ਵਾਲੇ ਦਿਨ ਜਿਹੜਾ ਬਿੱਲ ਸੀਗਾ ਨਾ ਉਹ ਕਾਨੂੰਨ ਬਣ ਗਿਆ ਸੀਗਾ, ਐਕਟ ਬਣ ਗਿਆ ਸੀਗਾ। ਅੱਛਾ, ਇਹਦਾ ਕੀ ਪ੍ਰੋਸੀਜਰ ਹੁੰਦਾ ਬਿੱਲ ਦਾ ਐਕਟ ਬਣਨਾ? ਆਪਾਂ ਨੂੰ ਪਤਾ ਕਿ ਆਪਣੇ ਪਾਰਲੀਮੈਂਟ ਦੇ 2 ਸਦਨ ਹੁੰਦੇ ਨੇ, ਹੈ ਨਾ। ਆਪਾਂ ਨੂੰ ਪਤਾ ਇੱਕ ਤਾਂ ਹੁੰਦਾ ਲੋਕ ਸਭਾ, ਇੱਕ ਹੁੰਦਾ ਰਾਜ ਸਭਾ, ਠੀਕ ਹੈ। ਦੇਖੋ ਇੱਕ ਪ੍ਰੈਜ਼ੀਡੈਂਟ ਵੀ ਹੁੰਦਾ ਇਹਦਾ ਪਾਰਟ, ਆਪਾਂ ਨੂੰ ਨਹੀਂ ਪਤਾ ਹੁੰਦਾ ਇਹ ਚੀਜ਼ ਬਾਰੇ। ਪਹਿਲਾਂ ਜਿਹੜਾ ਬਿੱਲ ਹੈ, ਕੋਈ ਵੀ ਬਿੱਲ ਹੈ ਨਾ, ਉਹ ਜਾਂ ਤਾਂ ਲੋਕ ਸਭਾ 'ਚ ਜਾਊਗਾ ਜਾਂ ਤਾਂ ਰਾਜ ਸਭਾ 'ਚ ਜਾਊਗਾ, ਮਤਲਬ ਇੱਕ ਸਦਨ 'ਚ ਜਾਊਗਾ, ਉਸ ਤੋਂ ਬਾਅਦ ਦੂਜੇ ਸਦਨ ਦੇ ਵਿੱਚ ਮੂਵ ਔਨ ਕਰ ਜੂਗਾ। ਮੰਨ ਲਓ ਕੋਈ ਬਿੱਲ ਹੈ ਉਹ ਲੋਕ ਸਭਾ ਦੇ ਵਿੱਚ ਗਿਆ, ਉਸ ਤੋਂ ਬਾਅਦ ਉਹ ਜਾਊਗਾ ਰਾਜ ਸਭਾ ਦੇ ਵਿੱਚ, ਜਦੋਂ ਇੱਥੋਂ ਵੀ ਅਪਰੂਵਲ ਮਿਲ ਗਈ ਉਹਨੂੰ, ਉਸ ਤੋਂ ਬਾਅਦ ਜਾਊਗਾ ਉਹ ਰਾਸ਼ਟਰਪਤੀ ਕੋਲੇ ਸਿਗਨੇਚਰਸ ਦੇ ਲਈ। ਜਦੋਂ ਉਹਦੇ ਸਾਈਨ ਹੋ ਗਏ ਤਾਂ ਜਿਹੜਾ ਬਿੱਲ ਹੈ ਉਹ ਕਾਨੂੰਨ ਬਣ ਜੂਗਾ, ਠੀਕ ਹੈ। ਇਹ ਪ੍ਰੋਸੀਜਰ ਹੁੰਦਾ ਕੋਈ ਵੀ ਬਿੱਲ ਦਾ ਕਾਨੂੰਨ ਬਣਨ ਦਾ। ਅਤੇ ਇਹ ਯਾਦ ਰੱਖਣਾ ਤੁਸੀਂ ਇੱਕ ਪੁਆਇੰਟ ਇਹਦੇ ਤੋਂ ਉਹ ਕੀ ਹੈ ਕਿ ਇਹੋ ਜਿਹੀ ਕਿਹੜੀ ਕੰਟਰੀ ਹੈ ਜਿਹਨੇ ਸਭ ਤੋਂ ਪਹਿਲਾਂ 3 ਤਲਾਕ ਨੂੰ ਖ਼ਤਮ ਕੀਤਾ, ਠੀਕ ਹੈ। ਤਾਂ ਉਹ ਕੰਟਰੀ ਹੈ ਮਿਸਰ ਯਾਦ ਰੱਖਿਓ, ਠੀਕ ਹੈ। ਮਿਸਰ ਕੰਟਰੀ ਹੈ, ਮੁਸਲਿਮ ਕੰਟਰੀ ਹੈ ਜਿਹਨੇ ਸਭ ਤੋਂ ਪਹਿਲਾਂ 3 ਤਲਾਕ ਨੂੰ ਖ਼ਤਮ ਕੀਤਾ ਸੀਗਾ। ਉਸ ਤੋਂ ਬਾਅਦ ਆ ਗਿਆ ਜੀ ਦੂਜੇ ਨੰਬਰ 'ਤੇ ਆਪਾਂ ਯਾਦ ਰੱਖਣਾ 3 ਅਗਸਤ ਨੂੰ ਕਿਹੜਾ ਡੇ ਮਨਾਇਆ ਜਾਂਦਾ? ਵਰਲਡ ਸੰਸਕ੍ਰਿਤ ਡੇ, ਠੀਕ ਹੈ। ਇਹ ਐਗਜ਼ੈਕਟ ਹੀ ਹੈ, ਯਾਦ ਕਰ ਲਿਓ ਬਸ ਸਿੱਧਾ ਕਿ 3 ਅਗਸਤ ਨੂੰ ਕਿਹੜਾ ਡੇ ਮਨਾਇਆ ਜਾਂਦਾ? ਵਰਲਡ ਸੰਸਕ੍ਰਿਤ ਡੇ। ਹਾਂਜੀ, ਨੈਕਸਟ ਨਿਊਜ਼ 'ਤੇ ਆਪਾਂ ਕਰਦੇ ਹਾਂ ਮੂਵ ਔਨ। ਨੈਕਸਟ ਨਿਊਜ਼ ਕਿਹੜੀ ਆਪਣੀ ਮੀਟਿੰਗ ਤੋਂ ਹੈ। ਦੇਖੋ ਰਸ਼ੀਆ ਚੇਅਰ ਕਰ ਲਓ, ਹੋਸਟ ਕਰ ਲਓ, ਠੀਕ ਹੈ। ਮਤਲਬ ਚੇਅਰ ਕਰ ਲਿਆ ਬ੍ਰਿਕਸ ਇਨਵਾਇਰਮੈਂਟ ਮਿਨਿਸਟਰਸ ਦੀ ਮੀਟਿੰਗ। ਬ੍ਰਿਕਸ ਦੀ ਇਨਵਾਇਰਮੈਂਟ ਮਿਨਿਸਟਰਾਂ ਦੀ ਜਿਹੜੀ ਮੀਟਿੰਗ ਹੈ ਉਹਨੂੰ ਰਸ਼ੀਆ ਚੇਅਰ ਕਰ ਰਿਹਾ। ਅਤੇ ਐਡੀਸ਼ਨ ਕਿੰਨਵਾਂ ਇਹਦਾ? 6ਵਾਂ, ਇਹ ਵੀ ਤੁਸੀਂ ਯਾਦ ਰੱਖਣਾ। ਹੁਣ ਦੇਖੋ ਸਭ ਤੋਂ ਪਹਿਲਾਂ ਕੀ ਹੈ ਇਹਦੇ ਤੋਂ ਇਹ ਤਾਂ ਹੋ ਗਈ ਆਪਣੀ ਟੂ ਦੀ ਪੁਆਇੰਟ ਨਿਊਜ਼। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ 2021 ਦੇ ਵਿੱਚ ਜਿਹੜੀ ਇਹ ਮੀਟਿੰਗ ਹੋਣੀ ਹੈ ਉਦੋਂ ਹੋਸਟ ਇਹਨੂੰ ਇੰਡੀਆ ਕਰੂਗਾ, ਠੀਕ ਹੈ। ਮੋਸਟ ਇੰਪੋਰਟੈਂਟ, ਇੰਡੀਆ ਕਦੋਂ ਵੀ ਕਿਸੇ ਚੀਜ਼ ਨੂੰ ਚੇਅਰ ਕਰਦਾ, ਹੋਸਟ ਕਰਦਾ, ਆਪਾਂ ਨੂੰ ਪਤਾ ਹੋਣਾ ਚਾਹੀਦਾ ਇੰਡੀਆ ਚੇਅਰ ਕਰੂਗਾ ਕਦੋਂ? 2021 ਦੇ ਵਿੱਚ। ਓਕੇ, ਹੁਣ ਦੇਖੋ ਬ੍ਰਿਕਸ ਤੋਂ ਕੁਝ ਕੁ ਇਨਫੋਰਮੇਸ਼ਨ ਆਪਾਂ ਰਿਵਾਈਜ਼ ਕਰਦੇ ਹਾਂ। ਬ੍ਰਿਕਸ ਆਪਾਂ ਨੂੰ ਪਤਾ ਕੰਟਰੀਜ਼ ਦਾ ਸਮੂਹ ਹੈ, ਠੀਕ ਹੈ। 2006 ਦੇ ਵਿੱਚ ਜਦੋਂ ਬ੍ਰਿਕਸ ਬਣਿਆ ਤਾਂ ਇਹਦੇ ਵਿੱਚ ਸਿਰਫ 4 ਹੀ ਦੇਸ਼ ਸੀਗੇ। ਉਹ 4 ਦੇਸ਼ ਕਿਹੜੇ ਸੀਗੇ ਜੀ? ਨੋਟ ਕਰ ਲਓ। ਬ੍ਰਾਜ਼ੀਲ, ਰਸ਼ੀਆ, ਇੰਡੀਆ ਐਂਡ ਚਾਈਨਾ, ਇਹ 4 ਦੇਸ਼ ਸੀਗੇ, ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ ਜੀ? 2010 ਦੇ ਵਿੱਚ ਇਹਦੇ ਵਿੱਚ ਐਡ ਕਰ ਲਿਆ ਗਿਆ ਕਿਹਨੂੰ? ਸਾਊਥ ਅਫਰੀਕਾ ਨੂੰ। ਦੇਖੋ ਬ੍ਰਿਕਸ, ਬੀ ਤੋਂ ਬ੍ਰਾਜ਼ੀਲ, ਆਰ ਤੋਂ ਰਸ਼ੀਆ, ਆਈ ਤੋਂ ਇੰਡੀਆ, ਸੀ ਤੋਂ ਚਾਈਨਾ, ਪਿੱਛੇ ਐਸ ਲੱਗੀ ਹੈ ਨਾ ਜਿਹੜੀ, ਇਹ ਸਾਊਥ ਅਫਰੀਕਾ ਦੀ ਹੈ। ਇਹਨੂੰ 2010 ਦੇ ਵਿੱਚ ਐਡ ਕੀਤਾ ਗਿਆ ਸੀਗਾ, ਠੀਕ ਹੈ। ਉਸ ਤੋਂ ਬਾਅਦ ਦੇਖੋ ਜਦੋਂ ਇਹ ਬਣਤਾ 2006 ਦੇ ਵਿੱਚ ਗਿਆ ਆਪਾਂ ਕੀ ਹੈ, ਬਟ ਜਿਹੜੀ ਬ੍ਰਿਕਸ ਦੀ ਪਹਿਲੀ ਮੀਟਿੰਗ ਹੈ ਨਾ ਉਹ 2009 ਦੇ ਵਿੱਚ ਹੋਈ ਹੈ। ਅਤੇ ਉਹ ਜਿਹੜੀ 2009 ਦੇ ਵਿੱਚ ਮੀਟਿੰਗ ਹੋਈ ਹੈ ਉਹਨੂੰ ਚੇਅਰ ਕਿਹਨੇ ਕੀਤਾ ਸੀ? ਉਹਨੂੰ ਵੀ ਚੇਅਰ ਰੂਸ ਨੇ ਹੀ ਕੀਤਾ ਸੀ। ਐਨੀ ਇਨਫੋਰਮੇਸ਼ਨ ਤੁਹਾਨੂੰ ਬ੍ਰਿਕਸ ਤੋਂ ਪਤਾ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਹਾਂਜੀ, ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਨੈਕਸਟ ਨਿਊਜ਼ 'ਤੇ ਆਪਾਂ ਕੀ ਕਰਦੇ ਹਾਂ? ਮੂਵ ਔਨ ਕਰਦੇ ਹਾਂ। ਉਸ ਤੋਂ ਪਹਿਲਾਂ ਰਸ਼ੀਆ ਤੋਂ ਤੁਸੀਂ ਇੰਨੀ ਕੁ ਚੀਜ਼ ਹੋਰ ਯਾਦ ਰੱਖ ਸਕਦੇ ਹੋ ਕਿ ਰਸ਼ੀਆ ਦੀ ਜਿਹੜੀ ਕੈਪੀਟਲ ਹੈ ਉਹ ਮਾਸਕੋ ਹੈ।
है ना, ਇਹਦੀ ਕਰੰਸੀ ਰੂਬਲ ਹੈ ਔਰ ਜਿਹੜੀ ਇਹਦੀ ਸੰਸਦ ਦਾ ਨਾਮ ਹੈ ਡਿਊਮਾ ਹੈ। ਡਿਊਮਾ ਬਹੁਤ ਇੰਪੋਰਟੈਂਟ ਹੈ। ਡਿਊਮਾ ਕਿਉਂ ਇੰਪੋਰਟੈਂਟ ਹੈ? ਕਿਉਂਕਿ ਪੇਪਰ ਦੇ ਵਿੱਚ ਕਾਫੀ ਵਾਰ ਆਈ ਹੈ ਕਿ ਰਸ਼ੀਆ ਦੀ ਸੰਸਦ ਪੁੱਛ ਲੈਂਦੇ ਨੇ ਕਿ ਉਹਦਾ ਨੇਮ ਕੀ ਹੈ, ਡਿਊਮਾ, ਯਾਦ ਰੱਖਿਓ। ਹਾਂਜੀ, ਨੈਕਸਟ ਨਿਊਜ਼ ਹੈ ਆਪਣੀ ਟੈਸਟਿੰਗ ਮਿਜ਼ਾਈਲ ਨੂੰ ਲੈ ਕੇ। ईरान रीसेंटली टेस्टेड ग्राउंड बैलिस्टिक मिसाइल सक्सैसफुली। रीसेंटली ईरान ने टैसट की है ग्राउंड बैलिस्टिक मिसाइल सक्सैसफुली, सफलतापूर्वक, ठीक है, ईरान ने की है, याद रखना है। ये कादे लिए की है? देखो ईरान है ना जिहड़ा हुण अंडरग्राउंड मिसाइलों नूं स्टोर करन लग गया, क्योंकि काफ़ी मतलब देशों के उत्ते बैन जे लाए हुए हैं, जिद्दां कि अमेरिका दी भी मतलब लगदी है, ना आपां नूं पता ही है कि न्यूज़ दे विच सुनदे ही आ। तो इस करके इहने भी ये जिहड़े हथियार ने, सॉरी ये जिहड़ी मिसाइलां ने, उहनूं कोई नष्ट ना कर दे, उहते कोई कब्जा ना कर ले, है ना, कोई ब्लास्ट करके उहनूं नष्ट ना कर दे, इसलिए इहने अंडरग्राउंड उहनूं स्टोर करना स्टार्ट करता। ये तुसी याद रखना है। हाँ जी, इस तो इलावा तुसी ईरान तो होर की याद रख सकते हो? प्रीवियस डेज़ दे विच ईरान तो एक इंपॉर्टेंट न्यूज़ आई सी। वो न्यूज़ किहड़ी है कि इन्हें ना अपनी करंसी, आपां नूं पता ईरान की करंसी रियाल आपां पढ़ते हुण तक, है ना, इन्हें रियाल नूं चेंज करके तोमान कर लिया सीगा। तुसी याद रख लियो, रियाल सीगी हुण तक, इनू चेंज करके की कर लिया सीगा, तोमान। ये याद रख लियो, बहुत इंपॉर्टेंट है ये, ठीक है। और एक तोमान की कीमत की दसी सी इन्हें? एक तोमान की जिहड़ी कीमत है वो कितनी है? 10,000 रियाल। ये भी तुसी याद नाल रख सकते हो। हाँ जी, ईरान की जिहड़ी कैपिटल है वो हैगी है तेहरान, ये भी याद रखना है। हसन रोहानी इत्थों दे की ने प्रैजिडेंट ने। कैपिटल किहड़ी है? तेहरान। ते इहदे जिहड़े प्रैजिडेंट ने उन्हां दा नाम की है? हसन रोहानी। ये सारी इन्फॉर्मेशन तुसी ईरान तो याद रखनी है, ठीक है जी। हाँ जी, नैक्सट न्यूज़ ते मूव ऑन करते हैं। अगेन अपॉइंटमेंट्स, देखो अपॉइंटमेंट बहुत इंपॉर्टेंट रहिंदियां ने करंट अफेयर्स दे विच, किहनूं की अपॉइंट कीता। हुण इहदे विच आपां 2 अपॉइंटमेंट्स करनियां ने। सब तो पहले हैगी जिन लिंकन, इन्हां नूं प्रैजिडेंट लाया AIIB दा नैक्सट 5 ईयर्स लई, अगले 5 सालां लई लाया, ठीक है। ਇਹਦੀ फुल फॉर्म देखो पहला तो AIIB ਦੀ की है? एशियान इंफ्रास्ट्रक्चर इन्वेस्टमेंट बैंक। इन्हों का कार्यकाल पूरा हो गया सीगा, ठीक है। तो मतलब इन्होंने दोबारा तो फिर अगले 5 सालों लिए लाया। तो जोड़ा इन्हों का टाइम पीरियड है अगेन कदों तो शुरू होगा? 16 जनवरी 2021। ये तो बाद 5 सालों लिए इन्होंने अपॉइंट किया गया। AIIB के की लाए ने प्रैजिडेंट। AIIB की सूँ फुल फॉर्म पता होनी चाहिए कि है एशियन इंफ्रास्ट्रक्चर इन्वेस्टमेंट बैंक। देखो फुल फॉर्म तो ना एक होर तरीके नाल क्वेश्चन आ जाता पेपर चो, किमें है? देखो थोनों की दे देंगे AIIB दे के ऐ पुछ लैणगे कि जिहड़ी आह फस्ट ते आई है इहदा मीनिंग की है। ऑप्शन दे विच इंफ्रास्ट्रक्चर तो होगा ही होगा, इन्वेस्टमेंट भी होगा। उत्थे आपां कन्फ्यूज़ हो जाएंगे भी हैगा तो लगता तो इन्वेस्टमेंट भी है बट क्लीयर नहीं है, है ना, की है। तो तरीके नाल याद करनी है, जिहड़ी फुल फॉर्म याद करनी है। ओके है जी, इनू याद रखियो, एशियन इंफ्रास्ट्रक्चर इन्वेस्टमेंट बैंक। अच्छा, इस तो इलावा ये तो तुसी होर की याद रख सकते हो कि इहदा हैडकुआटर कित्थे ते बनिया कदों? हैडकुआटर हैगा इहदा बीजिंग दे विच। इहदी फॉर्मेशन कदों हुई? 2016 दे विच। बीजिंग चाइना दे विच है, ठीक है, ये तुहानूं पता ही होगा, बीजिंग चाइना दे विच है। उस तो बाद आ जाओ जी नैक्सट अपॉइंटमेंट ते उरजीत पटेल। नाम सुनिया सुनिया लगता है या नहीं? हाँ जी, उरजीत पटेल कौन ने? अपने फॉर्मर गवर्नर रह चुके ने किहदे? RBI दे, रिजर्व बैंक ऑफ इंडिया दे। इन्हां नूं अपॉइंट किया गया है, की अपॉइंट किया गया? एडिशनल डायरैक्टर ऑफ ग्रेट ईस्टर्न शिपिंग कंपनी दे, ठीक है। इन्हां नूं डायरैक्टर लाया गया ग्रेट ईस्टर्न शिपिंग कंपनी दे। ये याद रखना तुसीं। हुण देखो ये मैं तुहानूं दस्सिआ कि फॉर्मर गवर्नर रह चुके ने RBI दे। RBI तो कुछ कुछ पॉइंट आपां रिवाइज़ करते हैं। पहला तो ये पता कर लो कि किन्नवे गवर्नर ने? 24वें ने। एट प्रैजेंट जिहड़े RBI के गवर्नर चल रहे हैं वो हैगे ने जी 25वें शक्तिकांता दास। उरजीत पटेल इन्हां तो पहला हुंदे सीगे, 24वें सीगे ये याद रखना है। इस तो इलावा RBI तो मैं तुहानूं बहुत सारे पॉइंट हुण दसदी हैं, वो सारे सानूं रिवाइज़ होने चाहिए ने जदों भी RBI आऊगा। सब तो पहला RBI नूं सेंट्रल बैंक कहंदे, ये तुहानूं पता होना चाहिए। सेंट्रल बैंक भी कहंदे ने इहनूं, अपैक्स बैंक भी कहंदे ने, नोट करी जाइयो बस। अपैक्स बैंक भी इहनूं कहंदे ने RBI नूं, ठीक है। ये बनिया कदों? RBI 1 अप्रैल 1935। 1 अप्रैल 1935 कदों बनिया? 1 अप्रैल 1935 नूं ये बनिया। तो नैशनलाइजेशन कदों होया इहदा? राष्ट्रीकरण कदों होया? राष्ट्रीकरण होया इहदा 1 जनवरी 1949। देखो थोड़ा सा लिंक करानी आ, 1 जनवरी 1949 नूं RBI का तो नैशनलाइजेशन होया, तो 1 जनवरी ही तुहानूं मैं DRDO डे करवाया ना,
याद होवे जे तुहानूं पिछले लैक्चर दे विच DRDO डे मैं तुहानूं 1 जनवरी नूं ही कराया, ये भी तुसीं याद रखना है। ठीक है, उस तो बाद RBI दा आपां नूं हैडकुआटर पता होना चाहिए। एक हैडकुआटर नाल रिलेटेड तुहानूं मैं एक लिंक दसदी हां। 90% मोस्टली ਜਿਹੜੇ ਬੈਂਕਸ ਨੇ ਇਹਨਾਂ ਦੇ ਹੈੱਡਕੁਆਟਰ ਮੁੰਬਈ ਦੇ ਵਿੱਚ ਹੀ ਨੇ। ਮੋਸਟਲੀ ਬੈਂਕਾਂ ਦੇ ਹੈੱਡਕੁਆਟਰ ਮੁੰਬਈ ਦੇ ਵਿੱਚ ਨੇ। ਠੀਕ ਹੈ, ਹੁਣ RBI ਤਾਂ ਆਪਣਾ ਸਭ ਤੋਂ ਮੇਨ ਬੈਂਕ ਹੋ ਗਿਆ, ਤਾਂ ਇਹਦਾ ਵੀ ਹੈੱਡਕੁਆਟਰ ਮੁੰਬਈ 'ਚ ਹੀ ਹੋਊਗਾ ਨਾ, ਤਾਂ ਇਹਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਹੈ। ਅੱਛਾ, ਜੇ ਤੁਹਾਨੂੰ ਪੁੱਛ ਲੈਣ ਕਿ ਸਭ ਤੋਂ ਪਹਿਲੇ ਗਵਰਨਰ ਕੌਣ ਨੇ RBI ਦੇ, ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ RBI 1935 ਦੇ ਵਿੱਚ ਬਣਿਆ, ਉਦੋਂ ਆਪਣੀ ਆਜ਼ਾਦੀ ਨਹੀਂ ਹੋਈ ਸੀ, ਤਾਂ ਮਤਲਬ ਕੋਈ ਅੰਗਰੇਜ਼ ਹੋ ਸਕਦਾ ਪਰਸਨ, ਤਾਂ ਉਹਨਾਂ ਦਾ ਨਾਮ ਹੈ ਔਸਬੋਰਨ ਸਮਿਥ। ਔਸਬੋਰਨ ਸਮਿਥ। ਔਸਬੋਰਨ ਸਮਿਥ ਕੌਣ ਨੇ? ਇਹਨਾਂ ਦੇ RBI ਦੇ ਪਹਿਲੇ ਗਵਰਨਰ। ਅੱਛਾ, ਜੇ ਤੁਹਾਨੂੰ ਪੁੱਛ ਲੈਣ ਕਿ ਪਹਿਲੇ ਇੰਡੀਅਨ ਗਵਰਨਰ ਕੌਣ ਨੇ, ਉਹਨਾਂ ਦਾ ਨਾਮ ਹੈ CD ਦੇਸ਼ਮੁਖ। CD ਦੇਸ਼ਮੁਖ। ਠੀਕ ਹੈ ਜੀ, ਦੇਸ਼ਮੁਖ ਤੋਂ ਯਾਦ ਰੱਖ ਸਕਦੇ ਹੋ ਕਿ ਪਹਿਲੇ ਇੰਡੀਅਨ ਗਵਰਨਰ ਸੀਗੇ ਇਹ ਆਪਣੇ। ਠੀਕ ਹੈ, ਜੇ ਇਹ ਤੋਂ ਬਾਅਦ ਪੁੱਛ ਲੈਣ ਤੁਹਾਨੂੰ ਵੀ ਐਟ ਪ੍ਰੈਜ਼ੈਂਟ ਆਪਣੇ ਗਵਰਨਰ ਕੌਣ ਨੇ, ਉਹਨਾਂ ਦਾ ਨਾਮ ਹੈਗਾ ਸ਼ਕਤੀ ਕਾਂਤਾ ਦਾਸ। ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ, ਸ਼ਕਤੀ ਕਾਂਤਾ ਦਾਸ। ਤੇ ਇਹ ਕਿੰਨਵੇਂ ਨੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਹੈਗੇ ਨੇ 25ਵੇਂ, ਕਿਉਂਕਿ 24ਵੇਂ ਤੁਹਾਨੂੰ ਦੱਸ ਕੇ ਹਟੀਆਂ ਹੋਣੀ ਉਰਜੀਤ ਪਟੇਲ ਨੇ। ਠੀਕ ਹੈ ਜੀ, ਆ ਸਾਰੀ ਇਨਫੋਰਮੇਸ਼ਨ RBI ਤੋਂ ਰਿਵਾਈਜ਼ ਕਰਨੀ ਹੀ ਕਰਨੀ ਹੈ ਜਦੋਂ ਵੀ RBI ਆਊਗਾ। ਨੈਕਸਟ ਨਿਊਜ਼ 'ਤੇ ਮੂਵ ਔਨ ਕਰਦੇ ਹਾਂ। ਕੈਮੀਕਲ ਪਲਾਂਟ। ਹਾਂਜੀ, ਨੈਕਸਟ ਨਿਊਜ਼ ਆ ਗਈ ਆਪਣੀ ਕੈਮੀਕਲ ਪਲਾਂਟ ਤੋਂ। ਸਪੇਨ ਵਰਲਡਸ ਫਸਟ ਮੇਜਰ ਕੈਮੀਕਲ ਪ੍ਰੋਡਕਸ਼ਨ ਪਲਾਂਟ ਬਿਲਟ ਔਨ ਰੀਨਿਊਏਬਲ ਐਨਰਜੀ। ਵਰਲਡ ਦਾ ਸਭ ਤੋਂ ਪਹਿਲਾ ਕੈਮੀਕਲ ਪ੍ਰੋਡਕਸ਼ਨ ਪਲਾਂਟ ਹੈ ਜਿਹੜਾ ਉਹ ਬਿਲਟ ਕੀਤਾ ਹੈ, ਕਾਹਦੇ ਉੱਤੇ ਬਿਲਟ ਕੀਤਾ? ਰੀਨਿਊਏਬਲ ਐਨਰਜੀ। ਰੀਨਿਊਏਬਲ, ਰੀ ਦਾ ਮਤਲਬ ਹੁੰਦਾ ਰਿਪੀਟ, ਜਿਹੜੀ ਮਿਲਦੀ ਰਹਿੰਦੀ ਹੈ ਦੁਬਾਰਾ। ਨਿਊਏਬਲ ਐਨਰਜੀ ਦੁਬਾਰਾ ਨਿਊ ਹੁੰਦੀ ਰਹਿੰਦੀ ਹੈ, ਮਿਲਦੀ ਰਹਿੰਦੀ ਹੈ। ਸਪੇਨ ਨੇ ਕੀਤਾ। ਠੀਕ ਹੈ, ਇਹ ਯਾਦ ਰੱਖਿਓ। ਅੱਛਾ, ਜਿਹੜਾ ਇਹ ਬਿਲਟ ਕੀਤਾ ਇਹ ਕਿਹਦੇ ਦੁਆਰਾ ਕੀਤਾ ਗਿਆ? ਇਹ ਸੇਬਿਕ ਕੰਪਨੀ ਦੁਆਰਾ ਕੀਤਾ ਗਿਆ। ਸੇਬਿਕ ਕੰਪਨੀ ਦੁਆਰਾ। ਸੇਬਿਕ ਕੰਪਨੀ ਦੀ ਫੁੱਲ ਫਾਰਮ ਹੈ ਜੀ, ਨੋਟ ਕਰ ਲਓ ਤੁਸੀਂ, ਸਾਊਦੀ ਬੇਸਿਕ ਇੰਡਸਟਰੀਜ਼ ਕਾਰਪੋਰੇਸ਼ਨ। ਮੈਂ ਲਿਖ ਦਿੰਦੀ ਹਾਂ, ਸਾਊਦੀ ਬੇਸਿਕ ਇੰਡਸਟਰੀਜ਼ ਕਾਰਪੋਰੇਸ਼ਨ। ਇਹਦੀ ਹੈਗੀ ਹੈ ਫੁੱਲ ਫਾਰਮ। ਕਿੰਨੇ 'ਚ ਇਹ ਬਣੀ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। 2010 ਦੇ ਵਿੱਚ। ਹੈੱਡਕੁਆਟਰ ਇਹਦਾ ਕਿੱਥੇ ਹੈ? ਰਿਆਦ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਰਿਆਦ ਤੁਹਾਨੂੰ ਪਤਾ ਹੀ ਹੈ ਸਾਊਦੀ ਅਰਬ ਦੇ ਵਿੱਚ ਪੈਂਦਾ। ਇੱਥੇ ਇਹਦਾ ਹੈੱਡਕੁਆਟਰ ਹੈ। ਇਹ ਸਾਰੀ ਇਨਫੋਰਮੇਸ਼ਨ ਤੁਸੀਂ ਇਹਦੇ ਤੋਂ ਰਿਵਾਈਜ਼ ਰੱਖਣੀ ਹੈ। ਠੀਕ ਹੈ ਜੀ। ਹਾਂਜੀ, ਨੈਕਸਟ ਨਿਊਜ਼ ਆਪਣੀ ਪ੍ਰੋਜੈਕਟ ਕਰਨਾ, ਇੱਕ ਆਪਾਂ ਇਹਦੇ ਵਿੱਚ ਕੈਂਪੇਨ ਕਰਨਾ। ਦੇਖੋ ਕੀ ਹੈ ਪ੍ਰੋਜੈਕਟ, ਗ੍ਰੀਨ ਏਜ ਪ੍ਰੋਜੈਕਟ। ਇਹ ਮਿਜ਼ੋਰਮ ਨੇ ਚਲਾਇਆ। ਗ੍ਰੀਨ ਏਜ ਪ੍ਰੋਜੈਕਟ ਮਿਜ਼ੋਰਮ ਨੇ ਚਲਾਇਆ। ਠੀਕ ਹੈ, ਇਹ ਮਿਜ਼ੋਰਮ ਦੇ ਵਿੱਚ ਕਿਹਨੇ ਚਲਾਇਆ? GEF ਨੇ। GEF ਦੀ ਫੁੱਲ ਫਾਰਮ ਕੀ ਹੈ? ਗਲੋਬਲ ਇਨਵਾਇਰਮੈਂਟ ਫੈਸਿਲਿਟੀ। ਦੁਬਾਰਾ ਦੱਸ ਦਿੰਦੀ ਹਾਂ, ਗਲੋਬਲ ਇਨਵਾਇਰਮੈਂਟ ਫੈਸਿਲਿਟੀ ਨੇ ਇਹ ਲਾਂਚ ਕੀਤਾ ਮਿਜ਼ੋਰਮ ਦੇ ਵਿੱਚ ਗ੍ਰੀਨ ਏਜੀ ਪ੍ਰੋਜੈਕਟ। ਇਹ ਐਵੇਂ ਨਹੀਂ ਹੈਗਾ ਕਿ ਇਕੱਲਾ ਮਿਜ਼ੋਰਮ ਦੇ ਵਿੱਚ ਹੀ ਚਲਾਇਆ ਜਾਊਗਾ। ਮਿਜ਼ੋਰਮ ਤੋਂ ਪਹਿਲਾਂ ਇਹ 4 ਹੋਰ ਸਟੇਟਾਂ ਦੇ ਵਿੱਚ ਵੀ ਚਲਾਇਆ ਜਾਊਗਾ। 5ਵੀਂ ਸਟੇਟ ਜਿਹੜੀ ਬਣੂਗੀ ਉਹ ਮਿਜ਼ੋਰਮ ਹੈ। ਪਹਿਲੀਆਂ 4 ਸਟੇਟਾਂ ਕਿਹੜੀਆਂ ਹੋਣਗੀਆਂ? MP, ਉੜੀਸਾ, ਰਾਜਸਥਾਨ ਤੇ ਉੱਤਰਾਖੰਡ। ਹੁਣ ਦੇਖੋ ਜਿਹੜਾ ਇਹ ਪ੍ਰੋਜੈਕਟ ਹੈ ਇਹ ਹੈ ਕਾਹਦੇ ਲਈ? ਇਹਦਾ ਮੇਨ ਏਮ ਪਰਪਸ ਕੀ ਹੈ? ਜਿਹੜੀ ਇੰਡੀਅਨ ਫਾਰਮਿੰਗ ਹੈ ਆਪਣੀ ਕਿਸਾਨਾਂ ਦੀ, ਉਹਦੇ ਵਿੱਚ ਕੁਝ ਕੁ ਚੇਂਜਸ ਲੈ ਕੇ ਆਉਣੇ ਨੇ, ਪਰ ਚੇਂਜਸ ਇਸ ਤਰੀਕੇ ਦੇ ਨਹੀਂ ਹੋਣੇ ਚਾਹੀਦੇ ਕਿ ਉਹਨਾਂ ਦੀ ਪੇ 'ਤੇ ਇਫੈਕਟ ਪਵੇ, ਇਨਕਮ 'ਤੇ ਇਫੈਕਟ ਪਵੇ ਕਿਸਾਨਾਂ ਦੀ। 'ਤੇ ਮਤਲਬ ਕਿਸਾਨਾਂ ਦੀ ਇਨਕਮ ਦੇ ਨਾਲ ਕੰਪਰੋਮਾਈਜ਼ ਕੀਤੇ ਤੋਂ ਬਿਨਾਂ ਇੰਡੀਅਨ ਫਾਰਮਿੰਗ ਦੇ ਵਿੱਚ ਕੁਝ ਕੁ ਚੇਂਜਸ ਲੈ ਕੇ ਆਉਣੇ। ਇਸ ਚੇਂਜਸ ਨਾਲ ਰਿਲੇਟਡ ਹੈਗਾ ਗ੍ਰੀਨ ਏਜੀ ਪ੍ਰੋਜੈਕਟ, ਜਿਹੜਾ ਕਿ ਰੀਸੈਂਟਲੀ ਮਿਜ਼ੋਰਮ ਨੇ ਕਰਨਾ ਹੈ ਸਟਾਰਟ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਨੈਕਸਟ ਨਿਊਜ਼ ਦੇ ਉੱਤੇ, ਦੈਟ ਇਜ਼ ਕੈਂਪੇਨ। ਤੁਹਾਨੂੰ ਦੱਸਿਆ ਹੀ ਹੈ ਮੈਂ ਕਿ ਇੱਕ ਪ੍ਰੋਜੈਕਟ ਕਰਨਾ, ਇੱਕ ਕੈਂਪੇਨ ਹੈ। ਉਹ ਕੀ ਹੈ? ਕੋਨਾ ਕੋਨਾ ਉਮੀਦ ਕੈਂਪੇਨ ਹੈ। ਇਹ ਕੈਂਪੇਨ ਹੈ ਕੋਨਾ ਕੋਨਾ ਉਮੀਦ, ਇੱਕ ਕੈਂਪੇਨ ਹੈ, ਮੁਹਿੰਮ ਹੈ। ਇਹ ਕਿਹਦੇ ਦੁਆਰਾ ਚਲਾਈ ਗਈ ਹੈ? ਕੋਟਕ ਮਹਿੰਦਰਾ ਬੈਂਕ ਦੁਆਰਾ ਚਲਾਈ ਗਈ ਹੈ। ਹੁਣ ਇਹ ਕਾਹਦੇ ਲਈ ਹੈ? ਦੇਖੋ ਹੁਣ ਆਪਾਂ ਨੂੰ ਪਤਾ ਹੈ ਕਿ ਕਰੋਨਾ ਦਾ ਚੱਲ ਰਿਹਾ ਹੈ ਨਾ, ਆਸੇ ਪਾਸੇ ਬਹੁਤ ਸਪਰੈਡ ਹੋ ਰਿਹਾ ਕਰੋਨਾ, ਉਹਦੇ ਕਰਕੇ ਲੋਕਾਂ ਦੇ ਵਿੱਚ ਆਪਾਂ ਕਹਿ ਦਈਏ ਨਾ ਨੀਚੇ ਵੱਲ ਨੂੰ ਜਾ ਰਹੇ ਨੇ, ਡਾਊਨ ਜੇ ਪੈਸਟੀਮਿਸਟ ਕਹਿ ਦਿੰਦੇ ਨਾ, ਜਿਵੇਂ ਆਪਾਂ ਨੈਗੇਟਿਵਿਟੀ ਆਈ ਜਾਂਦੀ ਹੈ, ਤਾਂ ਆਪਟੀਮਿਜ਼ਮ ਕਰਨ ਦੇ ਲਈ, ਉਹਨਾਂ ਦੇ ਵਿੱਚ ਵਧੀਆ ਸੋਚ ਲਿਆਉਣ ਦੇ ਲਈ, ਤਾਂ ਮਤਲਬ ਕੀ ਹੈ, ਇਹ ਕੋਟਕ ਮਹਿੰਦਰਾ ਬੈਂਕ ਦੁਆਰਾ ਬਹੁਤ ਸਾਰੇ ਆਫਰਸ, ਡਿਸਕਾਊਂਟਸ ਦਿੱਤੇ ਜਾਣਗੇ। ਲੋਨਸ ਦੇ ਉੱਤੇ ਲਗਾ ਲਓ, ਸਕੀਮਸ ਨਵੀਆਂ ਲੈ ਕੇ ਆਈਆਂ ਜਾਣਗੀਆਂ, ਸੇਵਿੰਗ ਬੈਂਕ ਅਕਾਊਂਟ, ਕਰੰਟ ਅਕਾਊਂਟ ਦੇ ਉੱਤੇ। ਠੀਕ ਹੈ, ਤਾਂ ਇਹ ਕੋਟਕ ਮਹਿੰਦਰਾ ਬੈਂਕ ਦੁਆਰਾ ਕਾਫੀ ਸਾਰੇ ਆਫਰਸ ਅਤੇ ਡਿਸਕਾਊਂਟਸ ਦਿੱਤੇ ਜਾਣਗੇ। ਤਾਂ ਹੀ ਕਰਕੇ ਇਹਦਾ ਨਾਮ ਰੱਖਿਆ ਕੋਨਾ ਕੋਨਾ ਉਮੀਦ, ਕਿ ਹਰ ਕੋਨੇ 'ਚ ਉਮੀਦ ਹੈ, ਲਾਈਕ ਦੈਟ। ਓਕੇ, ਅੱਛਾ, ਕੋਟਕ ਮਹਿੰਦਰਾ ਬੈਂਕ ਆ ਇੱਕ ਪੁਆਇੰਟ ਦੱਸਦੇ ਤੁਹਾਨੂੰ, ਮੈਂ ਪ੍ਰੀਵੀਅਸ ਡੇਜ਼ ਦੇ ਵਿੱਚ ਆਇਆ ਸੀ ਨਿਊਜ਼ ਦੇ ਵਿੱਚ, ਬਹੁਤ ਇੰਪੋਰਟੈਂਟ ਹੈ ਕਿ ਕੋਟਕ ਮਹਿੰਦਰਾ ਨਾ ਇਹੋ ਜਿਹਾ ਪਹਿਲਾ ਬੈਂਕ ਬਣਿਆ ਹੈ ਜਿਹਨੇ ਵੀਡੀਓ KYC ਫੈਸਿਲਿਟੀ ਸਟਾਰਟ ਕੀਤੀ ਹੈ।
ਵੀਡੀਓ KYC ਫੈਸਿਲਿਟੀ ਸਟਾਰਟ ਕੀਤੀ ਹੈ। ਅੱਛਾ, ਹੁਣ ਵੀਡੀਓ KYC ਫੈਸਿਲਿਟੀ ਕੀ ਹੈ? KYC ਦਾ ਮਤਲਬ ਹੁੰਦਾ ਨੋ ਯੂਅਰ ਕਸਟਮਰ। ਨੋ ਯੂਅਰ ਕਸਟਮਰ ਮਤਲਬ ਕਿ ਦੇਖੋ, ਪਹਿਲਾਂ ਆਪਾਂ ਮੰਨ ਲਓ ਬੈਂਕ ਅਕਾਊਂਟ ਖੁਲਾਉਣਾ ਹੁੰਦਾ ਤਾਂ ਆਪਾਂ ਖੁਦ ਵਿਜ਼ਿਟ ਕਰਦੇ ਸੀਗੇ ਬੈਂਕ ਦੇ ਵਿੱਚ, ਤਾਂ ਹੁਣ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੀ ਜਿਹੜੇ ਇੰਪਲੋਈਜ਼ ਹੋਣਗੇ ਬੈਂਕ ਦੇ, ਉਹ ਕਿਸੇ ਵੀ ਪਰਸਨ ਦੀ ਜਿਹੜੀ ਉਹ ਹੈ ਆਇਡੈਂਟੀਫਿਕੇਸ਼ਨ ਹੈ ਨਾ, ਉਹ ਮਤਲਬ ਦੇਖ ਲੈਣਗੇ, ਉਹਦੇ ਅਕੋਰਡਿੰਗ ਹੀ ਮਤਲਬ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਹਨਾਂ ਦੇ ਅਕਾਊਂਟਸ ਵਗੈਰਾ ਖੋਲ੍ਹ ਦਿੱਤੇ ਜਾਣਗੇ। ਨੋ ਈਅਰ ਕਸਟਮਰ, ਠੀਕ ਹੈ, KYC ਦਾ ਮਤਲਬ ਹੁੰਦਾ। ਤਾਂ ਪਹਿਲਾ ਬੈਂਕ ਬਣਿਆ ਕੋਟਕ ਮਹਿੰਦਰਾ ਜੀ ਨੇ ਇਹ ਚੀਜ਼ ਸਟਾਰਟ ਕੀਤੀ ਹੈ, ਔਰ ਇਹ ਚੀਜ਼ ਤੁਸੀਂ ਕੀ ਰੱਖਣੀ ਹੈ, ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਕੋਟਕ ਮਹਿੰਦਰਾ ਤੋਂ ਤੁਸੀਂ ਹੋਰ ਕੀ ਰਿਵਾਈਜ਼ ਕਰ ਸਕਦੇ ਹੋ? ਕੋਟਕ ਮਹਿੰਦਰਾ ਬੈਂਕ ਤੋਂ ਕਿ ਇਹ 2003 ਦੇ ਵਿੱਚ ਬਣਿਆ ਸੀ। ਹੈੱਡਕੁਆਟਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬਹੁਤ ਸਾਰੇ ਬੈਂਕਸ ਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਹੈ, ਤਾਂ ਇਹਦਾ ਵੀ ਹੈੱਡਕੁਆਟਰ ਮੁੰਬਈ ਦੇ ਵਿੱਚ ਹੈ। ਇਹਦੇ ਐਟ ਪ੍ਰੈਜ਼ੈਂਟ MD ਤੇ CEO ਕੌਣ ਨੇ? ਉਦੇ ਕੋਟਕ ਜੀ। ਨਾਮ ਯਾਦ ਰੱਖਣਾ ਹੈ, ਉਦੇ ਕੋਟਕ। ਕੀ ਨਾਮ ਹੈ ਇਹਨਾਂ ਦਾ? ਉਦੇ ਕੋਟਕ, ਠੀਕ ਹੈ। ਐਨੀ ਇਨਫੋਰਮੇਸ਼ਨ ਤੁਹਾਨੂੰ ਇਹਦੇ ਤੋਂ ਕੋਟਕ ਮਹਿੰਦਰਾ ਤੋਂ ਰਿਵਾਈਜ਼ ਹੋਣੀ ਚਾਹੀਦੀ ਹੈ। ਹਾਂਜੀ, ਨੈਕਸਟ ਨਿਊਜ਼ 'ਤੇ ਮੂਵ ਔਨ ਕਰਦੇ ਹਾਂ ਆਪਾਂ। ਅਗਲੀ ਨਿਊਜ਼ ਹੈਗੀ ਹੈ ਕਾਟਨ ਵੇਅਰ ਹਾਊਸ ਤੋਂ। ਇੰਡੀਆ ਵਿਲ ਸੈਟ ਅਪ ਇਟਸ ਓਨ ਕਾਟਨ ਵੇਅਰ ਹਾਊਸ ਇਨ ਵੀਅਤਨਾਮ ਟੂ ਬੂਸਟ ਐਕਸਪੋਰਟ। ਜਿਹੜਾ ਇੰਡੀਆ ਹੈ ਇਹ ਆਪਣਾ ਕਾਟਨ ਦਾ ਵੇਅਰ ਹਾਊਸ ਸੈਟਅਪ ਕਰੂਗਾ। ਕਿੱਥੇ? ਵੀਅਤਨਾਮ ਦੇ ਵਿੱਚ। ਕਾਹਦੇ ਲਈ ਕਰੂਗਾ? ਐਕਸਪੋਰਟਸ, ਨਿਰਯਾਤ ਨੂੰ ਬੂਸਟ ਕਰਨ ਦੇ ਲਈ। ਇੱਕ ਹੁੰਦਾ ਇੰਪੋਰਟ, ਇੱਕ ਹੁੰਦਾ ਐਕਸਪੋਰਟ। ਇੰਪੋਰਟ ਹੁੰਦਾ ਆਪਣੀ ਕੰਟਰੀ ਦੇ ਵਿੱਚ ਕੁਛ ਲਿਆਉਣਾ, ਐਕਸਪੋਰਟ ਹੁੰਦਾ ਆਪਣੀ ਕੰਟਰੀ ਤੋਂ ਕੁਛ ਬਾਹਰ ਭੇਜਣਾ, ਸੈੱਲ ਕਰਨਾ, ਠੀਕ ਹੈ। ਐਕਸਪੋਰਟਸ ਨੂੰ ਬੂਸਟ ਕਰਨ ਦੇ ਲਈ ਵੇਅਰ ਹਾਊਸ ਖੋਲ੍ਹਿਆ ਜਾਊਗਾ ਵੀਅਤਨਾਮ ਦੇ ਵਿੱਚ। ਉਹ ਵੇਅਰ ਹਾਊਸ ਕਾਹਦਾ ਹੋਊਗਾ? ਕਾਟਨ ਦਾ। ਕੌਣ ਖੋਲੂਗਾ? ਇੰਡੀਆ। ਇਹ ਸਾਰਾ ਕੁਝ ਤੁਸੀਂ ਇਹਦੇ ਤੋਂ ਯਾਦ ਰੱਖਣਾ ਹੈ, ਠੀਕ ਹੈ। ਹੁਣ ਆਇਆ ਆਪਣੇ ਕੋਲੇ ਕਾਟਨ, ਤਾਂ ਕਾਟਨ ਤੋਂ ਕੁਛ ਇੱਕ ਚੀਜ਼ ਰਿਵਾਈਜ਼ ਕਰ ਲੈਂਦੇ ਹਾਂ ਆਪਾਂ। ਉਹ ਕੀ ਹੈ? ਕਾਟਨ ਕਾਰਪੋਰੇਸ਼ਨ ਆਫ ਇੰਡੀਆ। ਇੰਡੀਆ ਦੇ ਵਿੱਚ ਕਾਟਨ ਦੇ ਨਾਲ ਰਿਲੇਟਡ ਕਾਰਪੋਰੇਸ਼ਨ ਹੈ, ਕਾਟਨ ਕਾਰਪੋਰੇਸ਼ਨ ਆਫ ਇੰਡੀਆ, ਜਿਹਦਾ ਅਗੇਨ ਹੈੱਡਕੁਆਟਰ ਕਿੱਥੇ ਹੈਗਾ? ਮੁੰਬਈ ਦੇ ਵਿੱਚ, ਠੀਕ ਹੈ ਜੀ। ਹੁਣ ਮੁੰਬਈ ਤੋਂ ਬਹੁਤ ਸਾਰੇ ਹੈੱਡਕੁਆਟਰਸ ਹੋ ਗਏ, ਇਹਨੂੰ ਯਾਦ ਰੱਖ ਲਿਓ। ਅਗੇਨ ਆਪਾਂ ਵੀਅਤਨਾਮ ਤੋਂ ਕੁਛ ਕੁ ਰਿਵਾਈਜ਼ ਕਰ ਸਕਦੇ ਹਾਂ। ਵੀਅਤਨਾਮ ਜਦੋਂ ਵੀ ਆਊਗਾ ਤੁਹਾਨੂੰ ਇਹਦੀ ਕੈਪੀਟਲ ਪਲੱਸ ਕਰੰਸੀ ਪਤਾ ਹੋਣੀ ਚਾਹੀਦੀ ਹੈ। ਕੈਪੀਟਲ ਹੈਗੀ ਹੈ ਇਹਦੀ ਹਨੋਏ, ਇਹ ਯਾਦ ਰੱਖਿਓ। ਕਰੰਸੀ ਹੈਗੀ ਹੈ ਇਹਦੀ ਡੋਂਗ, ਇਹ ਵੀ ਯਾਦ ਰੱਖਿਓ, ਠੀਕ ਹੈ ਜੀ। ਇੰਨੀ ਕੁ ਇਨਫੋਰਮੇਸ਼ਨ ਤੁਹਾਨੂੰ ਇਹਦੇ ਤੋਂ ਪਤਾ ਹੋਣੀ ਚਾਹੀਦੀ ਹੈ। ਹਾਂਜੀ, ਨੈਕਸਟ ਨਿਊਜ਼ ਕਰਦੇ ਹਾਂ ਆਪਾਂ MOU ਤੋਂ। MOU ਹੁੰਦਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ। ਇੰਡੀਅਨ ਰੇਲਵੇ ਨੇ ਸਾਈਨ ਕੀਤਾ MOU ਕਿਹਦੇ ਨਾਲ? ਰੇਲਟੈਲ ਦੇ ਨਾਲ। ਕਾਹਦੇ ਲਈ ਕੀਤਾ? IP ਹੁੰਦਾ ਆਪਣਾ ਇੰਟਰਨੈਟ ਪ੍ਰੋਟੋਕੋਲ। ਇਹਦੇ ਬੇਸਡ ਵੀਡੀਓ ਸਰਵੇਲੈਂਸ ਸਿਸਟਮ ਹੈ ਜਿਹੜਾ ਲਾਇਆ ਜਾਊਗਾ NA ਰੇਲਵੇ ਸਟੇਸ਼ਨ ਦੇ ਉੱਤੇ। 6049 ਰੇਲਵੇ ਸਟੇਸ਼ਨ ਦੇ ਉੱਤੇ ਸਰਵੇਲੈਂਸ ਹੁੰਦਾ, ਨਿਗਰਾਨੀ ਰੱਖਣ ਵਾਲਾ ਸਿਸਟਮ ਲਾਇਆ ਜਾਊਗਾ ਜਿਹੜਾ ਕਿ IP ਬੇਸਡ ਹੋਊਗਾ, ਠੀਕ ਹੈ। ਇਹਦੇ ਲਈ ਦੋ ਚੀਜ਼ਾਂ ਦੇ ਵਿੱਚ, ਦੋ ਆਰਗੇਨਾਈਜੇਸ਼ਨਸ ਦੇ ਵਿੱਚ ਕੀ ਹੋਇਆ ਹੈਗਾ? MOU ਸਾਈਨ ਹੋਇਆ। ਇੱਕ ਤਾਂ ਆਪਣੀ ਇੰਡੀਅਨ ਰੇਲਵੇ, ਦੂਜਾ ਗਿਆ ਰੇਲਟੈਲ, ਠੀਕ ਹੈ। ਇਹ ਤੁਸੀਂ ਨਿਊਜ਼ ਹੈਗੀ ਹੈ ਜਿਹੜੀ ਯਾਦ ਰੱਖਣੀ ਹੈ। ਅੱਛਾ ਜੀ, ਹੁਣ ਅਗੇਨ ਆਇਆ ਇੰਡੀਅਨ ਰੇਲਵੇ। ਜਿਵੇਂ ਕਿ ਜੇ ਤੁਸੀਂ ਪ੍ਰੀਵੀਅਸ ਲੈਕਚਰਸ ਦੇਖੇ ਨੇ ਤਾਂ ਤੁਹਾਨੂੰ ਪਤਾ ਹੋਊਗਾ ਮੈਂ ਇੰਡੀਅਨ ਰੇਲਵੇ ਤੋਂ ਤੁਹਾਨੂੰ ਬਹੁਤ ਕੁਛ ਰਿਵਾਈਜ਼ ਕਰਵਾਇਆ ਸੀ। ਹੁਣ ਆਪਾਂ ਦੁਬਾਰਾ ਉਹ ਸਾਰੇ ਪੁਆਇੰਟਸ ਰਿਵਾਈਜ਼ ਕਰਾਂਗੇ ਤਾਂ ਕਿ ਕੋਈ ਤੁਹਾਨੂੰ ਇਸ਼ੂ ਰਹੇ ਨਾ, ਠੀਕ ਹੈ। ਹਾਂਜੀ, ਉਹ ਸਾਰੇ ਪੁਆਇੰਟਸ ਕੀ ਸੀਗੇ ਇੱਥੇ ਆਪਾਂ ਲਿਖ ਦਿੰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕੀਤਾ ਸੀਗਾ ਇੰਡੀਅਨ ਰੇਲਵੇ ਸਟਾਰਟ ਕਦੋਂ ਹੋਇਆ? ਇੰਡੀਅਨ ਰੇਲਵੇ ਸਟਾਰਟ ਹੋਇਆ 16 ਅਪ੍ਰੈਲ 1853 ਦੇ ਵਿੱਚ, ਓਕੇ। ਜਦੋਂ ਕਿ ਇੰਡੀਆ ਦੇ ਵਿੱਚ ਉਦੋਂ ਕਿਹਦਾ ਸ਼ਾਸਨ ਸੀਗਾ? ਲਾਰਡ ਡਲਹੌਜੀ ਦਾ। ਲਾਰਡ ਡਲਹੌਜੀ ਦਾ ਉਦੋਂ ਸ਼ਾਸਨ ਕਾਲ ਸੀਗਾ, ਠੀਕ ਹੈ। ਉਸ ਤੋਂ ਬਾਅਦ ਇਸੇ ਕਰਕੇ 16 ਅਪ੍ਰੈਲ ਨੂੰ ਇੰਡੀਅਨ ਰੇਲਵੇ ਡੇ ਵੀ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਕਿ ਜਿਹੜੀ ਪਹਿਲੀ ਟ੍ਰੇਨ ਹੈ ਉਹ ਕਿੱਥੋਂ ਤੋਂ ਕਿੱਥੋਂ ਤੱਕ ਚੱਲੀ? ਮੁੰਬਈ ਟੂ ਥਾਨੇ ਤੱਕ ਚੱਲੀ ਅਤੇ 34 ਕਿਲੋਮੀਟਰ ਦਾ ਡਿਸਟੈਂਸ ਤੈਅ ਕਰਦੀ ਹੋਈ ਗਈ, ਠੀਕ ਹੈ। ਹੁਣ ਇਹ ਜਿਹੜੀ ਪਹਿਲੀ ਟ੍ਰੇਨ ਸੀ ਇਹਦਾ ਨਾਮ ਕੀ ਸੀਗਾ? ਇਹਦਾ ਨਾਮ ਸੀਗਾ ਬਲੈਕ ਬਿਊਟੀ। ਬਲੈਕ ਬਿਊਟੀ ਇਹਦਾ ਨਾਮ ਸੀਗਾ, ਇਹ ਵੀ ਤੁਸੀਂ ਯਾਦ ਰੱਖਣਾ ਹੈ, ਓਕੇ। ਇਹ ਤੁਹਾਨੂੰ ਸਾਰਾ ਕੁਛ ਮੈਂ ਪਹਿਲਾਂ ਵੀ ਰਿਵਾਈਜ਼ ਕਰਾਇਆ, ਦੁਬਾਰਾ ਫਿਰ ਕਰਾਉਂਗੀ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ ਔਰ ਭੁੱਲੋ ਨਾ, ਪੱਕੇ ਹੋ ਜਾਣ ਚੀਜ਼ਾਂ ਤੁਹਾਡੀਆਂ। ਰੇਲਵੇ ਜ਼ੋਨ ਕਰਾਏ ਸੀ ਮੈਂ ਤੁਹਾਨੂੰ। ਰੇਲਵੇ ਜ਼ੋਨ ਆਪਣੇ ਟੋਟਲ ਰੇਲਵੇ ਜ਼ੋਨ ਕਿੰਨੇ ਨੇ? 18, ਠੀਕ ਹੈ। ਅਤੇ ਜਿਹੜਾ 18ਵਾਂ ਰੇਲਵੇ ਜ਼ੋਨ ਹੈ ਉਹਨੂੰ ਕੀ ਕਹਿੰਦੇ ਨੇ? ਸਾਊਥ ਕੋਸਟਲ ਰੇਲਵੇ ਜ਼ੋਨ। ਸਾਊਥ ਕੋਸਟਲ ਰੇਲਵੇ ਜ਼ੋਨ ਕਹਿੰਦੇ ਨੇ, ਜਿਹਦਾ ਹੈੱਡਕੁਆਟਰ ਕਿੱਥੇ ਹੈਗਾ? ਵਿਸ਼ਾਖਾਪਟਨਮ ਦੇ ਵਿੱਚ। ਜਿਹਦਾ ਹੈੱਡਕੁਆਟਰ ਕਿੱਥੇ ਹੈ? ਵਿਸ਼ਾਖਾਪਟਨਮ ਦੇ ਵਿੱਚ, ਓਕੇ ਹੈ ਜੀ। ਅੱਛਾ, ਜੇ ਹੁਣ ਤੁਹਾਨੂੰ ਪੁੱਛ ਲੈਣ ਕਿ ਇੰਡੀਅਨ ਰੇਲਵੇ ਐਕਟ ਕਦੋਂ ਆਇਆ, ਜੇ ਤਾਂ ਬਣਿਆ ਪੁੱਛ ਲੈਣ ਕਿ ਇੰਡੀਅਨ ਰੇਲਵੇ ਸਟਾਰਟ ਕਦੋਂ ਹੋਇਆ, ਤਾਂ 16 ਅਪ੍ਰੈਲ 1853 ਹੈ, ਜਦੋਂ ਕਿ ਲਾਰਡ ਡਲਹੌਜੀ ਦਾ ਸ਼ਾਸਨ ਕਾਲ ਸੀ। ਬਟ ਜੇ ਐਕਟ ਪੁੱਛ ਲਿਆ ਇੰਡੀਅਨ ਰੇਲਵੇ ਐਕਟ ਕਦੋਂ ਆਇਆ, ਤਾਂ ਉਹ ਆਇਆ 1890 ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਓਕੇ।
ਇਸ ਤੋਂ ਇਲਾਵਾ 2 ਪੁਆਇੰਟ ਹੋਰ ਯਾਦ ਰੱਖੋ, ਉਹ ਕਿਹੜੇ? ਐਟ ਪ੍ਰੈਜ਼ੈਂਟ ਆਪਣੇ ਰੇਲ ਮੰਤਰੀ ਕਿਹੜੇ ਨੇ? ਪਿਊਸ਼ ਗੋਇਲ ਆਪਣੇ ਰੇਲ ਮੰਤਰੀ ਨੇ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਰੇਲਵੇ ਬੋਰਡ ਦੇ ਜੇ ਅਧਿਅਕਸ਼ ਚੇਅਰਮੈਨ ਤੁਹਾਨੂੰ ਪੁੱਛ ਲੈਣ, ਰੇਲਵੇ ਬੋਰਡ ਦੇ ਜੇ ਤੁਹਾਨੂੰ ਚੇਅਰਮੈਨ ਪੁੱਛ ਲੈਣ ਤਾਂ ਕੌਣ ਨੇ ਉਹ? ਵਿਨੋਦ ਕੁਮਾਰ ਯਾਦਵ ਇਹ ਨੇ ਰੇਲਵੇ ਬੋਰਡ ਦੇ ਅਧਿਅਕਸ਼। ਇੰਨੇ ਕੁ ਪੁਆਇੰਟ ਤੁਹਾਨੂੰ ਰੇਲਵੇ ਤੋਂ ਰਿਵਾਈਜ਼ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਇਹ ਸਟੈਟਿਕ ਜੀਕੇ ਦੀ ਡੋਜ਼ ਆਪਾਂ ਸਟੈਪ ਬਾਏ ਸਟੈਪ ਵਧਾਈ ਜਾਵਾਂਗੇ, ਬਟ ਜੇ ਹੁਣੇ ਹੀ ਓਵਰਡੋਜ਼ ਕਰਤਾ ਫਿਰ ਤੁਹਾਨੂੰ ਯਾਦ ਕਰਨਾ ਔਖਾ ਹੋ ਜਾਊਗਾ। ਇੱਕ ਵਾਰ ਸਮ ਅਪ ਕਰ ਲੈਂਦੇ ਹਾਂ ਆਪਾਂ ਕੀ ਕੀਤਾ ਅੱਜ। ਇੰਪੋਰਟੈਂਟ ਡੇਜ਼ ਕੀਤੇ, ਦੇਖੋ 1 ਅਗਸਤ ਨੂੰ ਤੁਹਾਨੂੰ ਦੱਸਿਆ ਸੀਗਾ ਕਿ ਮੁਸਲਿਮ ਵੂਮੈਨ ਰਾਈਟ ਡੇ ਮਨਾਇਆ ਜਾਂਦਾ ਹੈ। 3 ਅਗਸਤ ਨੂੰ ਆਪਾਂ ਕੀਤਾ ਸੀਗਾ ਕਿ ਵਰਲਡ ਸੰਸਕ੍ਰਿਤਿਕ ਡੇ ਮਨਾਇਆ ਜਾਂਦਾ ਹੈ। ਦੈਨ ਆਪਾਂ ਮੀਟਿੰਗ ਕੀਤੀ ਸੀ ਕਿ ਰਸ਼ੀਆ ਚੇਅਰ ਕਰੂਗਾ ਬ੍ਰਿਕਸ ਦੀ ਇਨਵਾਇਰਮੈਂਟ ਮਿਨਿਸਟਰ ਦੀ ਮੀਟਿੰਗ ਹੈ, ਜਿਹਦਾ ਕਿ 6ਵਾਂ ਹੁਣ ਐਡੀਸ਼ਨ ਹੈ। 2021 ਦੇ ਵਿੱਚ ਕੌਣ ਇਹਨੂੰ ਕਰੂਗਾ? ਯਾਦ ਆਇਆ? ਹਾਂਜੀ, ਇੰਡੀਆ ਕਰੂਗਾ, ਠੀਕ ਹੈ। 2020 ਦੇ ਵਿੱਚ ਰਸ਼ੀਆ, ਉਸ ਤੋਂ ਬਾਅਦ 21 ਦੇ ਵਿੱਚ ਕਰੂਗਾ ਇੰਡੀਆ। ਇਸ ਤੋਂ ਬਾਅਦ ਮੈਂ ਤੁਹਾਨੂੰ ਬ੍ਰਿਕਸ ਤੋਂ ਕੁਛ ਨਾ ਕੁਛ ਰਿਵਾਈਜ਼ ਕਰਾਇਆ ਸੀ, ਸਾਰਾ ਤਾਂ ਕੁਛ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 2006 ਦੇ ਵਿੱਚ ਜਦੋਂ ਇਹ ਬਣਿਆ ਤਾਂ ਇਹਦੇ ਵਿੱਚ 4 ਦੇਸ਼ ਸੀ। 2010 ਦੇ ਵਿੱਚ ਸਾਊਥ ਅਫਰੀਕਾ ਐਡ ਹੋਇਆ ਇਹਦੇ ਨਾਲ। ਅਤੇ ਪਹਿਲੀ ਮੀਟਿੰਗ ਜਿਹੜੀ ਦੀ 2009 ਦੇ ਵਿੱਚ ਹੋਈ ਸੀ ਉਹ ਵੀ ਇਹਨੇ ਮਤਲਬ ਚੇਅਰ ਕੀਤੀ ਸੀ, ਉਹ ਵੀ ਰਸ਼ੀਆ ਨੇ ਹੀ ਚੇਅਰ ਕੀਤੀ ਸੀਗੀ। ਦੈਨ ਆਪਾਂ ਕੀਤਾ ਟੈਸਟਿੰਗ ਮਿਜ਼ਾਈਲ ਬਾਰੇ। ਟੈਸਟਿੰਗ ਮਿਜ਼ਾਈਲ ਤੋਂ ਆਪਾਂ ਕੀ ਕੀਤਾ? ਈਰਾਨ ਨੇ ਰੀਸੈਂਟਲੀ ਆਪਣੀ ਗਰਾਊਂਡ ਬੈਲਿਸਟਿਕ ਮਿਜ਼ਾਈਲ ਨੂੰ ਸਕਸੈਸਫੁਲੀ ਟੈਸਟ ਕੀਤਾ ਹੈ, ਠੀਕ ਹੈ। ਈਰਾਨ ਨੇ ਆਪਣੇ ਜਿਹੜੇ ਅੰਡਰਗਰਾਊਂਡ ਮਿਜ਼ਾਈਲਾਂ ਰੱਖਣੀਆਂ ਸਟਾਰਟ ਕਰਤੀਆਂ ਤਾਂ ਕਿ ਉਹਨੂੰ ਕੋਈ ਮਤਲਬ ਤਬਾਹ ਨਾ ਕਰਦੇ, ਹੈ ਨਾ, ਇਸ ਲਈ। ਤਾਂ ਉਸ ਤੋਂ ਬਾਅਦ ਤੁਹਾਨੂੰ ਰਿਆਲ ਤੋਂ ਇਹ ਤੋਂ ਈਰਾਨ ਤੋਂ ਕਰਾਇਆ ਸੀ ਕਿ ਰਿਆਲ ਇਹਨੇ ਆਪਣੀ ਕਰੰਸੀ ਚੇਂਜ ਕਰਕੇ ਤੋਮਾਨ ਕਰ ਲਈ। ਇਹ ਵੀ ਯਾਦ ਰੱਖਿਓ, ਬਹੁਤ ਇੰਪੋਰਟੈਂਟ ਪੁਆਇੰਟ ਹੈ, ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ। ਅਪੁਆਇੰਟਮੈਂਟ ਕੀਤਾ ਜਿਨ ਲਿੰਕਨ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਲਾਇਆ AIIB ਦਾ ਨੈਕਸਟ 5 ਈਅਰਸ ਦੇ ਲਈ, ਏਸ਼ੀਅਨ ਇਨਫਰਾਸਟਰਕਚਰ ਇਨਵੈਸਟਮੈਂਟ ਬੈਂਕ ਦੇ, ਇਹ ਵੀ ਯਾਦ ਰੱਖਣਾ ਤੁਸੀਂ। ਉਰਜੀਤ ਪਟੇਲ ਜਿਹੜੇ ਕਿ RBI ਦੇ ਪਹਿਲਾਂ ਗਵਰਨਰ ਰਹਿ ਚੁੱਕੇ ਨੇ 24ਵੇਂ, ਉਹਨਾਂ ਨੂੰ ਹੁਣ ਅਪੁਆਇੰਟ ਕੀਤਾ ਐਡੀਸ਼ਨਲ ਡਾਇਰੈਕਟਰ ਆਫ ਗ੍ਰੇਟ ਈਸਟਰਨ ਸ਼ਿਪਿੰਗ ਕੰਪਨੀ। RBI ਤੋਂ ਜਿੰਨੇ ਵੀ ਪੁਆਇੰਟ ਮੈਂ ਕਰਵਾਏ, ਕਦੋਂ ਬਣਿਆ, ਕਦੋਂ ਇਹਦਾ ਰਾਸ਼ਟਰੀਕਰਨ ਹੋਇਆ, ਕੌਣ ਇਹਦੇ ਪਹਿਲੇ ਗਵਰਨਰ ਸੀ, ਕੌਣ ਇਹਦੇ ਪਹਿਲੇ ਇੰਡੀਅਨ ਗਵਰਨਰ ਸੀ, ਅਤੇ ਕੌਣ ਐਟ ਪ੍ਰੈਜ਼ੈਂਟ ਗਵਰਨਰ ਨੇ, ਅਤੇ ਕਿੰਨਵੇਂ ਨੇ, ਸਾਰੇ ਪੁਆਇੰਟ ਨੋਟ ਕਰ ਲਿਓ। ਇੱਕ ਵਾਰੀ ਐਫਰਟ ਲੱਗੂ ਯਾਦ ਕਰਨ 'ਤੇ, ਬਟ ਜਦੋਂ ਰੈਪੀਟੀਸ਼ਨ ਹੋਣ ਲੱਗ ਜੂਗੀ ਇਹ ਪੁਆਇੰਟਸ ਤੁਹਾਡੇ ਟਿਪਸ 'ਤੇ ਹੋ ਜਾਣਗੇ, ਠੀਕ ਹੈ। ਕੁਛ ਵੀ ਵੀਡੀਓ ਸਕਿਪ ਨਾ ਕਰੀਏ, ਕੋਈ ਵੀ ਵੀਡੀਓ ਤਾਂ ਤੁਹਾਨੂੰ ਆਰਾਮ ਨਾਲ ਯਾਦ ਹੋ ਜਾਣਗੇ। ਦੈਨ ਆਪਾਂ ਕੀਤਾ ਕੈਮੀਕਲ ਪਲਾਂਟ ਬਾਰੇ, ਜਿਹੜਾ ਕਿ ਸਪੇਨ ਨੇ ਲਾਇਆ ਸੀਗਾ। ਵਰਲਡਸ ਫਸਟ ਮੇਜਰ ਕੈਮੀਕਲ ਪ੍ਰੋਡਕਸ਼ਨ ਪਲਾਂਟ, ਜਿਹੜਾ ਕਿ ਬਿਲਡ ਕੀਤਾ ਰੀਨੇਬਲ ਐਨਰਜੀ ਦੇ ਉੱਤੇ, ਠੀਕ ਹੈ ਜੀ। ਸੈਬਿਕ ਕੰਪਨੀ ਨੇ ਇਹ ਬਣਾਇਆ, ਇਹ ਤੁਸੀਂ ਪਤਾ ਹੀ ਹੈ ਤੁਹਾਨੂੰ, ਹੈ ਨਾ। ਸੈਬਿਕ ਦੀ ਮੈਂ ਫੁੱਲ ਫਾਰਮ ਵੀ ਦੱਸਤੀ, ਉੱਥੇ ਰਿਵਾਈਜ਼ ਕਰ ਲਿਓ। ਪ੍ਰੋਜੈਕਟ ਤੇ ਕੈਂਪੇਨ ਕੀਤਾ ਗ੍ਰੀਨ AG ਪ੍ਰੋਜੈਕਟ ਹੈ, ਜਿਹੜੇ ਮਿਜ਼ੋਰਮ ਦੇ ਵਿੱਚ ਵੀ ਚਲਾਇਆ ਜਾਊਗਾ। ਉਸ ਤੋਂ ਪਹਿਲਾਂ 4 ਹੋਰ ਸਟੇਟਾਂ ਵੀ ਤੁਹਾਨੂੰ ਮੈਂ ਲਿਖਵਾਈਆਂ ਸੀ, ਜਿੱਦਾਂ MP, ਰਾਜਸਥਾਨ ਐਕਸਟਰਾ, ਠੀਕ ਹੈ, ਉਹ ਵੀ ਰਿਵਾਈਜ਼ ਕਰ ਲਿਓ। ਕਿਸਾਨਾਂ ਦੀ ਇੰਡੀਅਨ ਫਾਰਮਿੰਗ ਦੇ ਵਿੱਚ ਕੁਝ ਕੁ ਚੇਂਜਸ ਲੈ ਕੇ ਆਏ ਜਾਣਗੇ, ਵਿਦਾਊਟ ਕਿਸਾਨਾਂ ਦੀ ਜਿਹੜੀ ਪੇ ਹੈ ਉਹਦੇ ਨਾਲ ਕੰਪਰੋਮਾਈਜ਼ ਕੀਤੇ, ਠੀਕ ਹੈ। ਕੋਨਾ ਉਮੀਦ ਕੋਟਕ ਮਹਿੰਦਰਾ ਬੈਂਕ ਦਾ ਹੈ। ਇਹਦੇ ਕਾਹਦੇ ਲਈ ਹੈ? ਇਹਦੇ ਜ਼ਰੀਏ ਨਵੇਂ ਡਿਸਕਾਊਂਟਸ ਦਿੱਤੇ ਜਾਣਗੇ ਕਸਟਮਰਸ ਨੂੰ, ਨਵੇਂ ਸਕੀਮਸ ਲੈ ਕੇ ਆਇਆ ਜਾਊਗਾ, ਨਵੇਂ ਆਫਰਸ ਪ੍ਰੋਵਾਈਡ ਕੀਤੇ ਜਾਣਗੇ ਤਾਂ ਕਿ ਕਰੋਨਾ ਦੇ ਵਿੱਚ ਵੀ ਕੋਈ ਨਾ ਕੋਈ ਉਹਨਾਂ ਨੂੰ ਉਮੀਦ ਜਾਗ ਸਕੇ, ਠੀਕ ਹੈ ਜੀ। ਅਤੇ ਇਹਦੇ ਤੋਂ ਕੋਟਕ ਮਹਿੰਦਰਾ ਤੋਂ ਮੈਂ ਤੁਹਾਨੂੰ ਕਰਵਾਇਆ ਸੀ ਕਿ ਪਹਿਲਾ ਬੈਂਕ ਬਣਿਆ ਇਹ ਜਿਹਨੇ ਕੀ ਕੀਤੀ, ਆਪਣੀ KYC ਫੈਸਿਲਿਟੀ ਸਟਾਰਟ ਕੀਤੀ ਹੈ। ਦੈਨ ਇਹਦਾ ਹੈੱਡਕੁਆਟਰ ਮੁੰਬਈ 'ਚ 2003 ਦੇ ਵਿੱਚ ਬਣਿਆ ਸੀ, ਅਤੇ MD ਅਤੇ CEO ਇਹਦੇ ਯਾਦ ਰੱਖਣੇ ਨੇ, ਕੌਣ ਨੇ? ਉਦੇ ਕੋਟਕ ਜੀ, ਠੀਕ ਹੈ ਜੀ। ਦੈਨ ਆਪਾਂ ਕੀਤਾ ਕਾਟਨ ਵੇਅਰ ਹਾਊਸ ਬਾਰੇ। ਇੰਡੀਆ ਨੇ ਆਪਣਾ ਖੁਦ ਦਾ ਕਾਟਨ ਵੇਅਰ ਹਾਊਸ ਸੈਟਅਪ ਕਰਨਾ ਹੈ ਵੀਅਤਨਾਮ ਦੇ ਵਿੱਚ, ਕਾਹਦੇ ਲਈ? ਐਕਸਪੋਰਟਸ ਨੂੰ ਬੂਸਟ ਕਰਨ ਦੇ ਲਈ, ਵਧਾਉਣ ਦੇ ਲਈ, ਬੂਸਟ ਦਾ ਮਤਲਬ ਹੁੰਦਾ, ਠੀਕ ਹੈ। ਤਾਂ ਇਹ ਵੀ ਤੁਸੀਂ ਯਾਦ ਰੱਖਣਾ। ਵੀਅਤਨਾਮ ਤੋਂ ਤੁਹਾਨੂੰ ਮੈਂ ਕਰਵਾਇਆ ਸੀ ਕਿ ਹੈਨੋਈ ਉਹਦੀ ਕੈਪੀਟਲ ਹੈ ਅਤੇ ਡੋਂਗ ਉਹਦੀ ਕਰੰਸੀ ਹੈ। ਕਾਟਨ ਤੋਂ ਕੀ ਕੀਤਾ ਸੀ ਆਪਾਂ? ਕਾਟਨ ਕਾਰਪੋਰੇਸ਼ਨ ਆਫ ਇੰਡੀਆ ਕੀਤਾ ਸੀ, ਜਿਹਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਹੈ। ਲਾਸਟ 'ਤੇ ਆਪਾਂ ਕੀਤਾ ਸੀਗਾ MOU, ਜਿਹੜਾ ਕਿ ਇੰਡੀਅਨ ਰੇਲਵੇ ਨੇ ਸਾਈਨ ਕੀਤਾ ਸੀਗਾ ਰੇਲਟੈਲ ਨਾਲ ਮਿਲ ਕੇ, ਕਿ ਸਾਰੇ ਜਿਹੜੇ NA 6049 ਰੇਲਵੇ ਸਟੇਸ਼ਨਸ ਦੇ ਉੱਤੇ IP ਬੇਸਡ ਮਤਲਬ ਨਿਗਰਾਨੀ ਰੱਖਣ ਲਈ ਮਤਲਬ ਇੰਸਟਾਲ ਕੀਤੀ ਜਾਊਗੀ IP ਬੇਸਡ ਵੀਡੀਓ, ਠੀਕ ਹੈ, ਸਿਸਟਮ ਲਾਇਆ ਜਾਊਗਾ। ਇਹ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਤੁਹਾਨੂੰ ਮੈਂ ਰੇਲਵੇ ਤੋਂ ਬਹੁਤ ਸਾਰੇ ਪੁਆਇੰਟ ਯਾਦ ਕਰਵਾਏ ਆ ਕਿ ਕਦੋਂ ਇਹ ਬਣਿਆ, ਕਦੋਂ ਐਕਟ ਆਇਆ, ਐਟ ਪ੍ਰੈਜ਼ੈਂਟ ਇਹਦੇ ਚੇਅਰਮੈਨ ਕੌਣ ਨੇ, ਰੇਲ ਮੰਤਰੀ ਕੌਣ ਨੇ, ਇਹ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ। ਜਦੋਂ ਰੇਲਵੇ ਬਣਿਆ, ਹੈ ਨਾ, ਮਤਲਬ ਆਪਣਾ ਸਟਾਰਟ ਹੋਇਆ ਇੰਡੀਅਨ ਰੇਲਵੇ, ਉਦੋਂ ਕਿਹਦਾ ਸ਼ਾਸਨ ਕਾਲ ਸੀਗਾ, ਇਹ ਸਾਰੇ ਪੁਆਇੰਟ ਤੁਸੀਂ ਯਾਦ ਕਰਨੇ ਆ ਇਹਦੇ ਨਾਲ ਲਿੰਕ ਕਰਕੇ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਨਿਊਜ਼ ਆਪਣੀਆਂ ਖਤਮ ਨੇ, ਅਤੇ ਆਈ ਹੋਪ ਤੁਹਾਨੂੰ
ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ। ਕਮੈਂਟ ਕਰਕੇ ਜ਼ਰੂਰ ਦੱਸੋ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ। ਤੇ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਪ੍ਰੀਵੀਅਸ ਸਾਰੇ ਲੈਕਚਰਸ ਰਿਵਾਈਜ਼ ਕਰਕੇ ਆਈਓ, ਠੀਕ ਹੈ ਜੀ, ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ ਜਦੋਂ ਮੈਂ ਰਿਵਾਈਜ਼ ਕਰਾਵਾਂ। ਜਦੋਂ ਮੈਂ ਰਿਵਾਈਜ਼ ਕਰਾਵਾਂ ਤੁਹਾਨੂੰ ਫਟਾਫਟ ਰਿਮਾਈਂਡ ਹੋ ਜਾਏ ਕਿ ਹਾਂਜੀ ਇਹ ਨਿਊਜ਼ ਆਪਾਂ ਕੀਤੀ ਹੋਈ ਹੈ, ਠੀਕ ਹੈ। ਇਹੀ ਬੈਨੀਫਿਟ ਹੁੰਦਾ ਰਿਵਾਈਜ਼ ਕਰਨ ਦਾ, ਠੀਕ ਹੈ। ਤੇ ਸਾਰੇ ਲੈਕਚਰਸ ਮਿਸ ਕਰਨੇ ਆ ਤੇ ਕੋਈ ਵੀ ਮਿਸ ਨਹੀਂ ਕਰਨਾ, ਇਹਨੂੰ ਧਿਆਨ 'ਚ ਰੱਖਿਓ। ਥੈਂਕਸ ਫॉर ਵਾਚਿੰਗ ਦਿਸ ਵੀਡੀਓ ਐਂਡ ਇਸ ਚੈਨਲ ਨੂੰ ਲਾਈਕ ਕਰੋ, ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਅਗਰ ਵਧੀਆ ਲੱਗੀ ਤਾਂ ਪਲੀਜ਼ ਆਪਣੇ WhatsApp ਗਰੁੱਪ, ਟੈਲੀਗ੍ਰਾਮ ਗਰੁੱਪਸ ਦੇ ਵਿੱਚ ਇਹਨੂੰ ਸ਼ੇਅਰ ਕਰ ਦਿਓ। ਥੈਂਕ ਯੂ ਸੋ ਮਚ।